ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ यूएसए टीवी में ਹਾਂ ਬਰਨ ਕੌਰਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪਰਮੰਨਿਆ ਨਾਮ। ਪੇਸ਼ ਤੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਤੇ ਕੈਨੇਡਾ ਦੀਆਂ ਕੜੀਆਂ ਹੋਈਆਂ 1 ਘੰਟਾ ਪਿੱਛੇ। ਅੱਧੀ ਰਾਤ ਤੋਂ ਖੁੱਲੇ ਅਮਰੀਕਾ ਦੇ ਦਰਵਾਜ਼ੇ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਤੋਂ 6 ਹੋਰ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ। ਅਮਰੀਕਾ ਤਾਲਿਬਾਨੀ ਰਾਹੀਂ ਅਫਗਾਨਿਸਤਾਨ ਦੀ ਮਦਦ ਲਈ ਨਹੀਂ ਤਿਆਰ। ਕੈਨੇਡਾ ਪਹੁੰਚੀ NIA ਟੀਮ ਨੇ ਵੱਖਵਾਦੀ ਸਿੱਖ ਜਥੇਬੰਦੀਆਂ ਸੰਬੰਧੀ ਕੈਨੇਡੀਅਨ ਪੁਲਿਸ ਨਾਲ ਕੀਤੀ ਗੱਲਬਾਤ। ਵਿਸ਼ਵ ਵਾਤਾਵਰਣ ਤਬਦੀਲੀ ਮਾਰਚ 'ਚ ਕਿਸਾਨ ਨਾਰਿਆਂ ਨੇ ਗਲਾਸਗੋ ਲਗਾਇਆ ਗੂੰਜਣ। ਚੜੂਨੀ ਨੇ ਕੀਤਾ ਐਲਾਨ, ਪੰਜਾਬ ਦੇ ਸਾਰੇ ਹਲਕਿਆਂ ਤੋਂ ਲੜਾਂਗੇ ਚੋਣ। ਤੇ ਹੁਣੇ ਨਾ ਖਬਰਾਂ ਦਾ ਵਿਸਥਾਰ। ਅਮਰੀਕਾ ਅਤੇ ਕੈਨੇਡਾ ਦੀਆਂ ਕੜੀਆਂ 1 ਘੰਟਾ ਪਿੱਛੇ ਹੋ ਗਈਆਂ ਨੇ। ਸਾਰੇ ਸਕੂਲ, ਸਰਕਾਰੀ ਦਫ਼ਤਰ ਨਵੇਂ ਸਮੇਂ ਮੁਤਾਬਕ ਖੁੱਲਣਗੇ। ਯਾਦ ਰਹੇ, ਅਮਰੀਕਾ ਤੇ ਕੈਨੇਡਾ ਦਾ ਸਮਾਂ ਹਰ ਸਾਲ ਵਿੱਚ 2 ਵਾਰ ਅੱਗੇ ਪਿੱਛੇ ਹੁੰਦਾ ਹੈ। ਅਮਰੀਕਾ ਵਿੱਚ ਅੱਧੀ ਰਾਤ ਤੋਂ ਕੈਨੇਡਾ ਵਾਸੀਆਂ ਲਈ ਦਰਵਾਜ਼ੇ ਖੋਲ ਦਿੱਤੇ ਗਏ ਨੇ ਅਤੇ ਹੁਣ ਭਾਰਤ ਸਣੇ ਕਈ ਮੁਲਕਾਂ ਦੇ ਨਾਗਰਿਕ ਵੀ ਅਮਰੀਕਾ ਦੀ ਧਰਤੀ ਤੇ ਕਦਮ ਰੱਖ ਸਕਣਗੇ। 18 ਮਹੀਨੇ ਬਾਅਦ ਸਰਹੱਦਾਂ ਖੁੱਲਣ ਨਾਲ ਜਿੱਥੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ 에ਅਰਲਾਈਨਸ ਤੋਂ ਬੁਕਿੰਗ ਸੰਭਾਲਣੀਆਂ ਮੁਸ਼ਕਲ ਹੋ ਰਹੀਆਂ ਨੇ, ਜਦਕਿ ਅਮਰੀਕਾ ਦੇ ਸਰਹੱਦੀ ਰਾਜਾਂ ਦੇ ਲੋਕ ਆਪਣੇ ਗੁਆਂਢੀਆਂ ਦਾ ਸਵਾਗਤ ਕਰਨ ਲਈ ਵੱਖਰੀ ਤਿਆਰੀ ਕਰ ਬੈਠੇ ਨੇ। ਵਾਈਟ ਹਾਊਸ ਵੱਲੋਂ ਪਿਛਲੇ ਮਹੀਨੇ 33 ਮੁਲਕਾਂ ਤੇ ਲਾਗੂ ਆਵਾਜਾਈ ਬੰਦਿਸ਼ਾਂ ਹਟਾਉਣ ਦਾ ਐਲਾਨ ਕਰਦੇ ਸਾਰ ਬ੍ਰਿਟਿਸ਼ 에ਅਰਵੇਜ਼ ਦੀਆਂ ਅਮਰੀਕਾ ਜਾਣ ਵਾਲੀਆਂ ਫਲਾਈਟਸ ਅਤੇ ਹੌਲੀਡੇ ਪੈਕੇजेस ਦੀ ਛਾਣਬੀਣ 900% ਵੱਧ ਗਈ ਹੈ। ਇੱਕ ਦਿਨ ਬਾਅਦ ਅਮਰੀਕਾ ਤੋਂ ਬਰਤਾਨੀਆ ਜਾਣ ਵਾਲੀਆਂ ਫਲਾਈਟਸ ਦੀ ਬੁਕਿੰਗ ਵਿੱਚ 6% ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਦੇ ਘੱਟ ਕਿਰਾਏ ਵਾਲੀ 에ਅਰਲਾਈਨ ਗੋ ਫਸਟ, ਜਿਸ ਨੂੰ ਪਹਿਲਾਂ ਗੋ 에ਅਰ ਵਜੋਂ ਜਾਣਿਆ ਜਾਂਦਾ ਸੀ, ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ 6 ਰੋਜ਼ ਹੋਰ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਗੋ ਫਸਟ 11 ਨਵੰਬਰ 2021 ਤੋਂ ਅੰਮ੍ਰਿਤਸਰ ਦਿੱਲੀ ਵਿਚਕਾਰ 3, ਅੰਮ੍ਰਿਤਸਰ ਬੰਬਈ ਵਿਚਕਾਰ 2 ਅਤੇ ਸ੍ਰੀਨਗਰ ਲਈ ਰੋਜ਼ਾਨਾ 1 ਸਿੱਧੀਆਂ ਉਡਾਣਾਂ ਦਾ ਸੰਚਾਲਨ ਸ਼ੁਰੂ ਕਰਨ ਜਾ ਰਹੀ ਹੈ। ਗੋ ਫਸਟ ਦੇ ਇਸ ਫੈਸਲੇ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਭਰਵਾਂ ਸਵਾਗਤ ਕੀਤਾ ਹੈ। ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਭਾਰਤ ਦੇ ਕਨਵੀਨਰ ਜੋਗੇਸ਼ ਕਾਮਰਾ ਨੇ ਗੋ ਫਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਤੋਂ ਹੁਣ ਗੋ ਫਸਟ ਦੀਆਂ ਉਡਾਣਾਂ ਦੀ ਸ਼ੁਰੂਆਤ ਸਾਡੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਲਈ ਹੋਰ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਇੱਕ ਹੋਰ ਸਫਲਤਾ ਮਿਲੀ ਹੈ। ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਗੋ ਫਸਟ ਹੁਣ ਉਡਾਣਾਂ ਦਾ ਸੰਚਾਲਨ ਕਰਨ ਵਾਲੀ 6ਵੀਂ ਭਾਰਤੀ 에ਅਰਲਾਈਨ ਹੋਏਗੀ। ਇੱਥੇ ਵਰਣਨਯੋਗ ਹੈ ਕਿ ਜਨਵਰੀ 2021 ਦੇ ਸ਼ੁਰੂ ਵਿੱਚ ਅਸੀਂ ਵਿਸਤ੍ਰਿਤ ਅੰਕੜਿਆਂ ਦੇ ਨਾਲ 에ਅਰਲਾਈਨ ਦੇ CEO ਅਤੇ ਉਹਨਾਂ ਦੇ ਅਧਿਕਾਰੀਆਂ ਨੂੰ ਈਮੇਲ ਰਾਹੀਂ ਸੰਪਰਕ ਅਤੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਬੇਨਤੀ ਕੀਤੀ। ਸਰਦੀਆਂ ਦੀ ਸਮਾਂ ਸੂਚੀ ਵਿੱਚ 11 ਨਵੰਬਰ ਨੂੰ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਜਿਸ ਨਾਲ ਲੱਖਾਂ ਸੈਲਾਨੀਆਂ, ਪਰਿਵਾਰਾਂ ਅਤੇ ਦੋਸਤਾਂ ਨੂੰ ਮਿਲਣ ਆਉਣ ਵਾਲੇ ਯਾਤਰੀਆਂ ਅਤੇ ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਲਾਭ ਹੋਏਗਾ। ਅੰਮ੍ਰਿਤਸਰ ਦਾ ਹਵਾਈ ਅੱਡਾ ਨਾ ਸਿਰਫ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਹੈ, ਸਗੋਂ ਗੁਆਂਢੀ ਰਾਜਾਂ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਇੱਥੋਂ ਉਡਾਣਾਂ ਲੈਂਦੇ ਨੇ। ਇਨ੍ਹਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਤੇ ਕੋਵਿਡ ਤੋਂ ਬਾਅਦ ਅੰਮ੍ਰਿਤਸਰ ਦੇ ਸੈਰ ਸਪਾਟੇ ਨੂੰ ਮੁੜ ਸਰਜੀਤ ਕਰਨ ਵਿੱਚ ਮਦਦ ਮਿਲੇਗੀ, ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਲਾਭ ਹੋਏਗਾ। ਅਮਰੀਕਾ ਨੇ ਕਿਹਾ ਕਿ ਉਹ ਮੌਜੂਦਾ ਸਮੇਂ ਵਿੱਚ ਅਫਗਾਨਿਸਤਾਨ ਵਿੱਚ ਸੱਤਾ 'ਚ ਕਾਬਜ਼ ਲੋਕਾਂ ਰਾਹੀਂ ਉਸ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਤਿਆਰ ਨਹੀਂ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਬੀਨ ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ ਕਿ ਮੌਜੂਦਾ ਸਮੇਂ ਵਿੱਚ ਜੋ ਲੋਕ ਅਫਗਾਨਿਸਤਾਨ 'ਚ ਸੱਤਾ 'ਚ ਨੇ, ਉਹਨਾਂ ਦੇ ਰਾਹੀਂ ਅਮਰੀਕਾ ਅਫਗਾਨਿਸਤਾਨ ਨੂੰ ਆਰਥਿਕ ਸਹਾਇਤਾ ਦੇ ਲਈ ਤਿਆਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਸਰਕਾਰੀ ਸਮਾਵੇਸ਼ਤਾ ਅਤੇ ਹੋਰ ਪਹਿਲੂਆਂ ਵਿੱਚ ਮਹੱਤਵਪੂਰਨ ਸੁਧਾਰ ਦੇਖਣਾ ਚਾਹੁੰਦਾ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਇਸ ਮੁੱਦੇ ਤੇ ਦੂਜੇ ਪੱਖ ਨਾਲ ਨਿਯਮਿਤ ਤੌਰ ਤੇ ਚਰਚਾ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਅਜੇ ਤੱਕ ਅਫਗਾਨਿਸਤਾਨ 'ਚ ਉੱਥੇ ਮੌਜੂਦਾ ਲੀਡਰਸ਼ਿਪ ਰਾਹੀਂ ਸਿੱਧੇ ਫੰਡ ਉਪਲਬਧ ਕਰਵਾਉਣ ਦੀ ਸਥਿਤੀ 'ਚ ਨਹੀਂ ਹਾਂ।
ਤਾਲਿਬਾਨ ਉਸ ਸਥਿਤੀ 'ਚ ਨਹੀਂ ਹੈ ਜੋ ਅਸੀਂ ਚਾਹੁੰਦੇ ਹਾਂ ਜਦ ਤੱਕ ਅਸੀਂ ਸੱਚਮੁੱਚ 'ਚ ਸਰਕਾਰ ਤੋਂ ਲੈ ਕੇ ਹਰ ਚੀਜ਼ ਲਈ ਭਰਪੂਰ ਰੂਪ ਨਾਲ ਬਿਹਤਰ ਦ੍ਰਿਸ਼ਟੀਕੋਣ ਨਹੀਂ ਦੇਖਦੇ ਹਾਂ, ਜਿਸ ਦੇ ਲਈ ਅਸੀਂ ਉਹਨਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਸਾਡਾ ਧਿਆਨ ਅੰਤਰਰਾਸ਼ਟਰੀ ਸੰਗਠਨਾਂ ਅਤੇ ਗੈਰ ਸਰਕਾਰੀ ਸੰਗਠਨਾਂ ਰਾਹੀਂ ਰਾਸ਼ੀ ਮੁਹੱਈਆ ਕਰਵਾਉਣ ਤੇ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ, ਅਮਰੀਕਾ ਅਸਲ ਵਿੱਚ ਅਫਗਾਨਿਸਤਾਨ ਦੇ ਲੋਕਾਂ ਦੀ ਅਜਿਹੀ ਸਥਿਤੀ ਪੈਦਾ ਕੀਤੇ ਬਿਨਾਂ ਜਿਸ ਨਾਲ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਲਈ ਸਮੱਸਿਆ ਪੈਦਾ ਹੋਵੇ, ਮਦਦ ਕਰਨ ਦਾ ਸਭ ਤੋਂ ਚੰਗਾ ਤਰੀਕਾ ਮੰਨਦਾ ਹੈ। ਬੀਤੇ ਦਿਨੀ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਟੀਮ ਏਜੰਸੀ ਯਾਨੀ ਕਿ NIA ਦੀ ਟੀਮ ਨੇ ਕੈਨੇਡਾ ਦਾ ਦੌਰਾ ਕੀਤਾ, ਜਿੱਥੇ ਉਸਨੇ ਕਈ ਮੁੱਦਿਆਂ ਤੇ ਕੈਨੇਡੀਅਨ ਪੁਲਿਸ ਨਾਲ ਗੱਲਬਾਤ ਕੀਤੀ। NIA ਦੀ ਟੀਮ ਜਿਸ ਦੀ ਹੈ ਕਿ ਇੰਸਪੈਕਟਰ ਜਨਰਲ ਰੈਂਕ ਦੇ ਅਫਸਰ ਵੱਲੋਂ ਅਗਵਾਈ ਕੀਤੀ ਜਾ ਰਹੀ ਸੀ, 4-5 ਨਵੰਬਰ ਨੂੰ ਕੈਨੇਡਾ ਵਿਖੇ ਸੀ। ਕੈਨੇਡਾ ਵਿਖੇ ਇਸ ਦੀ ਅਹਿਮ ਮੁਲਾਕਾਤ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਅਫਸਰਾਂ ਨਾਲ ਸੀ, ਜਿਨ੍ਹਾਂ ਦੇ ਸੱਦੇ ਤੇ ਇਹ ਟੀਮ ਇੱਥੇ ਆਈ ਸੀ। NIA ਨੇ ਇੱਥੇ ਵੱਖਵਾਦੀ ਸਿੱਖ ਜਥੇਬੰਦੀਆਂ ਤੇ ਉਹਨਾਂ ਵੱਲੋਂ ਭਾਰਤ ਵਿੱਚ ਕੀਤੀ ਜਾ ਰਹੀ ਫੰਡਿੰਗ ਦੇ ਮਾਮਲਿਆਂ ਵਿੱਚ RCMP ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਸ ਬਾਰੇ ਹੋਰ ਸਬੂਤ ਇਕੱਠੇ ਕਰਨ ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ NIA ਨੇ ਕੈਨੇਡਾ ਦੀ ਇੰਟਰਨੈਸ਼ਨਲ ਕ੍ਰਾਈਮ ਐਂਡ ਕਾਊਂਟਰ ਟੈਰਰਿਜ਼ਮ ਬਿਊਰੋ ਆਫ ਗਲੋਬਲ ਅਫੇਅਰਸ ਕੈਨੇਡਾ ਨਾਲ ਵੀ ਗੱਲਬਾਤ ਕੀਤੀ ਹੈ। NIA ਵੱਲੋਂ RCMP ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ ਗਿਆ। ਭਾਰਤ ਦੇ ਕੈਨੇਡਾ ਵਿਖੇ ਹਾਈ ਕਮਿਸ਼ਨਰ ਅਜੇ ਬਸਾਰੀਆ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਵੱਲੋਂ ਸਾਂਝੇ ਤੌਰ ਤੇ ਜਾਣਕਾਰੀਆਂ ਇੱਕ ਦੂਜੇ ਨਾਲ ਸ਼ੇਅਰ ਕਰਨ, ਅੱਤਵਾਦੀ ਪੱਖੀ ਫੰਡਿੰਗ ਨੂੰ ਰੋਕਣ ਅਤੇ ਆਪਸੀ ਸਾਂਝ ਵਧਾਉਣ ਤੇ ਜ਼ੋਰ ਦਿੱਤਾ ਜਾ ਰਿਹਾ। ਭਾਰਤ ਵੱਲੋਂ ਸਿੱਖ ਫਾਰ ਜਸਟਿਸ ਨੂੰ ਅੱਤਵਾਦੀ ਜਥੇਬੰਦੀ ਘੋਸ਼ਿਤ ਕਰਨ ਲਈ ਵੀ ਕੈਨੇਡਾ ਅੱਗੇ ਮੰਗ ਰੱਖੀ ਗਈ ਹੈ। ਦੱਸਣਯੋਗ ਹੈ ਕਿ ਕੈਨੇਡਾ ਅਤੇ ਭਾਰਤ ਵਿੱਚ 1987 ਦੀ ਹਵਾਲਗੀ ਸੰਧੀ ਅਤੇ 1994 ਦੀ ਮਿਊਚੁਅਲ ਅਸਿਸਟੈਂਸ ਇਨ ਕ੍ਰਿਮੀਨਲ ਮੈਟਰਸ ਦੀਆਂ ਸੰਧੀਆਂ ਵੀ ਹਨ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ 12 ਨਵੰਬਰ ਤੱਕ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਸੰਬੰਧੀ 26ਵੀਂ ਕਾਨਫਰੰਸ ਚੱਲ ਰਹੀ, ਜਿਸ ਵਿੱਚ ਦੁਨੀਆ ਦੇ 120 ਤੋਂ ਵੱਧ ਮੁਲਕਾਂ ਦੇ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਦੇ ਨਾਲ 25,000 ਤੋਂ ਵੱਧ ਡੈਲੀਗੇਟਸ ਵੀ ਪੁੱਜੇ ਹੋਏ। ਜਿੱਥੇ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਨੇ ਕਾਨਫਰੰਸ ਵਿੱਚ ਸ਼ਿਰਕਤ ਕੀਤੀ, ਉੱਥੇ ਬਹੁਤ ਸਾਰੇ ਲੋਕ ਅਤੇ ਜਥੇਬੰਦੀ ਇਸ ਤੋਂ ਨਾਖੁਸ਼ ਹਨ। ਉਹਨਾਂ ਦਾ ਮੰਨਣਾ ਹੈ ਕਿ ਹੁਣ ਤੱਕ ਵਾਤਾਵਰਣ ਸੰਬੰਧੀ ਹੋਈਆਂ 25 ਕਾਨਫਰੰਸਾਂ ਬੇਸੱਟਾ ਹੀ ਰਹੀਆਂ ਨੇ। ਕਾਨਫਰੰਸ ਵਿਰੋਧੀਆਂ ਦਾ ਮੰਨਣਾ ਹੈ ਕਿ ਲੀਡਰ ਟੇਬਲਾਂ ਤੇ ਹੀ ਗੱਲਬਾਤ ਕਰਦੇ ਨੇ ਪਰ ਅਮਲ ਵਿੱਚ ਕੁਝ ਨਹੀਂ ਲਿਆਉਂਦੇ। ਵਾਤਾਵਰਣ ਤਬਦੀਲੀ ਮੁੱਦੇ ਤੇ 1000 ਤੋਂ ਵੱਧ ਜਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਗਲੋਬਲ ਡੇ ਆਫ ਐਕਸ਼ਨ ਫਾਰ ਕਲਾਈਮੇਟ ਜਸਟਿਸ ਦੇ ਨਾਂ ਹੇਠ ਵਿਸ਼ਾਲ ਪੈਦਲ ਮਾਰਚ ਕੀਤਾ ਗਿਆ, ਜਿਸ ਵਿੱਚ 50,000 ਤੋਂ ਵੱਧ ਲੋਕ ਸ਼ਾਮਲ ਹੋਏ। ਭਾਰਤ ਦੇ ਕਿਸਾਨ ਅੰਦੋਲਨ ਦੇ ਹੱਕ 'ਚ ਕਿਸਾਨ ਮੋਰਚਾ ਸਪੋਰਟਸ ਗਰੁੱਪ ਸਕਾਟਲੈਂਡ ਨੂੰ ਇਸ ਵਿਸ਼ਾਲ ਮਾਰਚ ਵਿੱਚ ਫਾਰਮਰਜ਼ ਐਂਡ ਲੈਂਡ ਵਰਕਰਸ ਦੇ ਨਾਂ ਹੇਠ ਵਿਸ਼ੇਸ਼ ਬਲਾਕ ਦਿੱਤਾ ਗਿਆ। ਬੇहद ਖਰਾਬ ਮੌਸਮ ਹੋਣ ਦੇ ਬਾਵਜੂਦ ਸਕਾਟਲੈਂਡ ਦੇ ਭਾਰੀ ਗਿਣਤੀ ਵਿੱਚ ਪੰਜਾਬੀਆਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਾਲੇ ਬੈਨਰਾਂ, ਝੰਡਿਆਂ, ਕਿਸਾਨੀ ਨਾਅਰਿਆਂ, ਜੈਕਾਰਿਆਂ ਨਾਲ ਗਲਾਸਗੋ ਸ਼ਹਿਰ ਗੂੰਜਣ ਲਾ ਦਿੱਤਾ। ਪੰਜਾਬ ਦੇ ਸਾਰੇ ਹਲਕਿਆਂ ਵਿੱਚ ਚੋਣ ਲੜਨ ਦਾ ਐਲਾਨ ਐਤਵਾਰ ਨੂੰ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਕੀਤਾ। ਉਹਨਾਂ ਨੇ ਕਿਹਾ ਕਿ ਜੋ ਦਾਗੀ ਹਨ ਉਹਨਾਂ ਨੂੰ ਪਾਰਟੀ ਵਿੱਚ ਨਹੀਂ ਮਿਲਾਇਆ ਜਾਏਗਾ। ਉਹ 11 ਅਕਤੂਬਰ ਨੂੰ ਪੁੰਛ ਸੈਕਟਰ ਵਿੱਚ ਸ਼ਹੀਦ ਹੋਏ ਮਨਦੀਪ ਸਿੰਘ ਦੇ ਪਿੰਡ ਚੱਠਾ ਕਲਾਂ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੀ। ਚੜੂਨੀ ਨੇ ਕਿਹਾ ਕਿ ਮਨਦੀਪ ਦੇਸ਼ ਦੇ ਲਈ ਕੁਰਬਾਨ ਹੋਏ ਹਨ। ਨਾਰਾ ਲਾਲ ਬਹਾਦਰ ਸ਼ਾਸਤਰੀ ਨੇ ਨਾਰਾ ਲਾਇਆ ਸੀ, ਜੈ ਜਵਾਨ ਜੈ ਕਿਸਾਨ। ਦਿੱਲੀ ਦੇ ਬਾਰਡਰ ਤੇ ਕਿਸਾਨ ਡਟੇ ਹੋਏ ਨੇ। ਕੇਂਦਰ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਉਹਨਾਂ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਕਾਨੂੰਨ ਬਣੇ ਕਿ ਜੋ ਵੀ ਨੇਤਾ ਬਣੇਗਾ ਉਸ ਨੂੰ ਪਹਿਲਾਂ 5 ਸਾਲ ਸਰਹੱਦ ਤੇ ਪਹਿਰਾ ਦੇਣਾ ਹੋਏਗਾ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਮੈਕਸੀਕੋ ਵਿੱਚ ਸਰਗਰਮ ਤਸਕਰਾਂ ਵੱਲੋਂ ਤਸਕਰੀ ਕਰ ਰਹੇ ਅਮਰੀਕਾ ਭੇਜਿਆ ਗਿਆ ਬਨੌਟੀ ਨਸ਼ੀਲਾ ਪਦਾਰਥ ਫੈਂਟੀਨਿਲ ਮਾਰਚ 2020 ਅਤੇ 2021 ਦੇ ਦਰਮਿਆਨ ਓਵਰਡੋਜ਼ ਨਾਲ ਹੋਣ ਵਾਲੀਆਂ ਲਗਭਗ 61,000 ਮੌਤਾਂ ਲਈ ਜ਼ਿੰਮੇਵਾਰ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜਕੜੀ ਅਮਰੀਕੀ ਸਰਕਾਰ ਨੇ ਮੈਕਸੀਕੋ ਦੇ 4 ਨਸ਼ੀਲੇ ਪਦਾਰਥ ਤਸਕਰਾਂ ਨੂੰ ਫੜਨ ਲਈ ਉਹਨਾਂ ਬਾਰੇ ਸੂਚਨਾ ਦੇਣ ਵਾਲੇ ਨੂੰ $50 ਲੱਖ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਤਸਕਰਾਂ ਨੂੰ ਫੜਨ ਲਈ ਇੰਨੇ ਵੱਡੇ ਇਨਾਮ ਦਾ ਐਲਾਨ ਹੋਇਆ ਹੈ, ਉਹਨਾਂ ਵਿੱਚ ਜੇਲ੍ਹ ਵਿੱਚ ਬੰਦ ਕੈਪੋ ਜ਼ੋਕਿਨ ਐਲ ਚਾਪੋ ਗੁਜ਼ਮੈਨ ਦਾ ਭਰਾ ਐਰੀਏਲਨੋ ਵੀ ਸ਼ਾਮਲ ਹੈ। ਗੁਜ਼ਮੈਨ ਲੋਇਰਾ ਅਤੇ ਸੁਲਾਈਗਾਰੋ ਨੇਵਾਰਾਸ ਪਰਿਵਾਰ ਦੇ 3 ਭਰਾਵਾਂ ਤੇ ਅਮਰੀਕਾ ਵਿੱਚ ਮਰਿਜੁਆਨਾ, ਕੋਕੇਨ, ਮੈਥਾਫੈਟਾਮਾਈਨ ਅਤੇ ਫੈਂਟਾਲਾਈਨ ਦੀ ਤਸਕਰੀ ਦਾ ਦੋਸ਼ੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਚਾਰੇ ਉੱਤਰੀ ਮੈਕਸੀਕੋ ਸੂਬਿਆਂ ਸਿਨਾਲੋਆ ਅਤੇ ਚਿਹੁਆਹੁਆ ਵਿੱਚ ਸਰਗਰਮ ਨੇ ਅਤੇ ਸਿਨਾਲੋਆ ਗਿਰੋਹ ਦੇ ਮਾਸਟਰਮਾਈਂਡ ਹਨ।
ਭਾਰਤ ਤੋਂ ਬਾਹਰ ਆਯੋਜਿਤ ਕੀਤੇ ਨਗਰ ਕੀਰਤਨਾਂ ਵਿੱਚ ਸਭ ਤੋਂ ਮਸ਼ਹੂਰ ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ਵਿੱਚ ਪੈਂਦੇ ਸ਼ਹਿਰ ਯੂਬਾ ਸਿਟੀ ਦਾ 42ਵਾਂ ਸਾਲਾਨਾ ਨਗਰ ਕੀਰਤਨ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਆਯੋਜਿਤ ਕੀਤਾ ਗਿਆ। ਸਵੇਰੇ ਗੁਰਦੁਆਰਾ ਸਿੱਖ ਟੈਂਪਲ ਟਿਆਰਾ ਬਿਊਨਾ ਰੋਡ ਤੋਂ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਸ਼ੁਰੂਆਤ ਹੋਈ, ਜਿਸ ਨੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੀ ਪਰਿਕਰਮਾ ਕੀਤੀ, ਜੋ ਕਿ ਆਉਣ ਜਾਣ ਵਿੱਚ ਤਕਰੀਬਨ 10 ਕਿਲੋਮੀਟਰ ਬਣ ਜਾਂਦੀ ਹੈ। ਨਗਰ ਕੀਰਤਨ ਦੇ ਆਰੰਭ ਹੋਣ ਵੇਲੇ ਹੈਲੀਕਾਪਟਰ ਨੇ ਫੁੱਲਾਂ ਦੀ ਭਰਪੂਰ ਵਰਖਾ ਕੀਤੀ। ਨਗਰ ਕੀਰਤਨ ਦੇ ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਵਾਹਿਗੁਰੂ ਸਤਨਾਮ ਦਾ ਜਾਪ ਕਰਦੀਆਂ ਅਤੇ ਸ਼ਬਦ ਗਾਇਨ ਕਰਦੀਆਂ ਹੋਈਆਂ ਚੱਲ ਰਹੀਆਂ ਸਨ। ਨਗਰ ਕੀਰਤਨ ਦੇ ਨਾਲ-ਨਾਲ ਸਿੱਖ ਵਿਰਾਸਤ ਨਾਲ ਸੰਬੰਧਿਤ ਸੁੰਦਰ ਝਾਕੀਆਂ ਨਾਲ ਸੁਸ਼ੋਭਿਤ ਅਨੇਕਾਂ ਫਲੋਟ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਸਨ। ਇਸ ਮੌਕੇ ਵੱਖ-ਵੱਖ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਅਨੇਕਾਂ ਜੌਹਰ ਵੀ ਦਿਖਾਏ ਗਏ। ਦਰਜਨਾਂ ਸਿੱਖੀ ਸਰੂਪ ਵਿੱਚ ਸਜੇ ਮੋਟਰਸਾਈਕਲ ਸਵਾਰਾਂ ਨੇ ਵੀ ਨਗਰ ਕੀਰਤਨ ਦੀ ਸ਼ੋਭਾ ਵਧਾਈ। ਪੰਜਾਬੀ ਲੱਸੀ ਅਤੇ ਗੰਨਿਆਂ ਦੀ ਰਸ ਵਾਲੇ ਵੇਲਣਿਆਂ ਦੇ ਸਟਾਲਾਂ ਤੇ ਖੂਬ ਰੌਣਕ ਵੇਖੀ ਗਈ। ਗੁਰਦੁਆਰੇ ਤੋਂ ਬਾਹਰ ਬਹੁਤ ਵੱਡੀ ਆਰਜ਼ੀ ਬਾਜ਼ਾਰ ਸਜਿਆ ਹੋਇਆ ਸੀ, ਜਿਸ ਵਿੱਚ ਸੰਗਤਾਂ ਨੇ ਵੱਖ-ਵੱਖ ਵਸਤੂਆਂ ਦੀ ਖੂਬ ਖਰੀਦਦਾਰੀ ਕੀਤੀ। ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰੇ ਤੱਕ ਪਹੁੰਚਣ ਲਈ ਦਰਜਨਾਂ ਸ਼ਟਲ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਿਨ੍ਹਾਂ ਨੇ ਸਾਰਾ ਦਿਨ ਸੰਗਤਾਂ ਦੀ ਢੋਆ-ਢੁਆਈ ਕੀਤੀ। ਸਥਾਨਕ ਪੁਲਿਸ ਮਹਿਕਮੇ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਅਮਰੀਕਾ ਦੇ ਉੱਤਰ ਵਿੱਚ ਵਸਿਆ ਸ਼ਹਿਰ ਸਿਆਟਲ ਹਰਿਆਲੀ, ਟੈਕਨੀਕੀ ਅਤੇ ਵਪਾਰਕ ਪੱਖ ਤੋਂ ਦੁਨੀਆ ਦਾ ਇੱਕ ਅਜੂਬਾ ਹੈ। ਲਗਭਗ 45 ਲੱਖ ਦੀ ਆਬਾਦੀ ਵਾਲਾ ਇਹ ਸ਼ਹਿਰ ਪਹਾੜਾਂ, ਦਰੱਖਤਾਂ ਅਤੇ ਸਮੁੰਦਰ ਨਾਲ ਘਿਰੇ ਅਮਰੀਕਾ ਦੇ 15 ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ। ਕੈਨੇਡਾ ਦੇ ਵੈਨਕੂਵਰ ਬਾਰਡਰ ਤੋਂ 100 ਕਿਲੋਮੀਟਰ ਦੀ ਦੂਰੀ ਤੇ 217 ਕਿਲੋਮੀਟਰ ਦੇ ਖੇਤਰ ਵਿੱਚ ਬਸੇ ਇਸ ਸ਼ਹਿਰ ਨੂੰ ਲਗਭਗ 4000 ਸਾਲ ਪਹਿਲਾਂ ਅਮਰੀਕੀ ਮੂਲ ਦੇ ਲੋਕਾਂ ਨੇ ਵਸਾਇਆ ਸੀ। ਉਸ ਤੋਂ ਬਾਅਦ ਇੱਥੇ ਯੂਰੋਪੀਅਨ ਆ ਕੇ ਵਸ ਗਏ। ਇਸ ਸਮੇਂ ਇੱਥੇ 65% ਦੇ ਲਗਭਗ ਯੂਰੋਪੀਅਨ ਤੇ 14% ਦੇ ਲਗਭਗ ਸਿੱਖ ਭਾਈਚਾਰੇ ਦੇ ਲੋਕ ਵਸਦੇ ਨੇ। 2008 ਦੀ ਜਨਗਣਨਾ ਅਨੁਸਾਰ ਇਸ ਸ਼ਹਿਰ ਦੇ ਦੁਨੀਆ ਨੂੰ ਸਭ ਤੋਂ ਵੱਧ ਪੜ੍ਹੇ ਲਿਖੇ ਤੇ ਗ੍ਰੈਜੂਏਟ ਦਿੱਤੇ ਹਨ। ਯੂਨੀਵਰਸਿਟੀ ਆਫ ਵਾਸ਼ਿੰਗਟਨ ਸਿਆਟਲ ਦੀ ਪਛਾਣ ਦੁਨੀਆ ਦੀਆਂ ਪਹਿਲੀਆਂ ਯੂਨੀਵਰਸਿਟੀਆਂ ਚੋਂ ਹੈ। ਫੁੱਟਬਾਲ ਇੱਥੋਂ ਦੀ ਸਭ ਤੋਂ ਲੋਕਪ੍ਰਿਯ ਖੇਡ ਹੈ। 2015 ਚ ਸਿਆਟਲ ਨੇ ਅਮਰੀਕਨ ਫੁੱਟਬਾਲ ਚ ਨੈਸ਼ਨਲ ਚੈਂਪੀਅਨ ਬਣ ਕੇ ਇਤਿਹਾਸ ਰਚਿਆ ਸੀ। ਇਸ ਤੋਂ ਇਲਾਵਾ ਬੇਸਬਾਲ, ਬਾਸਕਟਬਾਲ, ਬਹੁਤ ਸਾਰੀਆਂ ਹੋਰ ਖੇਡਾਂ ਨੂੰ ਲੋਕ ਜ਼ਿਆਦਾ ਖੇਡਦੇ ਤੇ ਪਸੰਦ ਕਰਦੇ ਨੇ। ਸਿਆਟਲ ਵਿੱਚ 78% ਲੋਕ ਅੰਗਰੇਜ਼ੀ ਬੋਲਦੇ ਨੇ, ਜਦਕਿ 10% ਦੇ ਲਗਭਗ ਲੋਕ ਏਸ਼ੀਆਈ ਮਹਾਦੀਪ ਦੀਆਂ ਬੋਲੀਆਂ ਬੋਲਦੇ ਨੇ ਅਤੇ 0.8% ਦੇ ਲਗਭਗ ਲੋਕ ਪੰਜਾਬੀ ਬੋਲਦੇ ਨੇ। ਮਾਈਕਰੋਸਾਫਟ ਕੰਪਨੀ ਦੇ ਮਾਲਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਵੀ ਹਰ ਸਮੇਂ ਬਦਲਾਂ 'ਚ ਘਿਰੇ ਰਹਿਣ ਵਾਲੇ ਸ਼ਹਿਰ 'ਚ ਰਹਿੰਦੇ ਨੇ। ਇਸ ਸ਼ਹਿਰ ਨੂੰ ਜਹਾਜ਼ਾਂ ਦੇ ਸ਼ਹਿਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਮਸ਼ਹੂਰ ਬੋਇੰਗ ਕੰਪਨੀ ਦੇ ਸਾਰੇ ਜਹਾਜ਼ ਸਿਆਟਲ 'ਚ ਹੀ ਬਣਦੇ ਨੇ ਅਤੇ ਦੁਨੀਆ ਦੀ ਆਨਲਾਈਨ ਰਿਟੇਲਰ ਕੰਪਨੀ ਐਮਾਜ਼ਨ ਦੀ ਸਥਾਪਨਾ ਵੀ 1994 ਇਸੇ ਸ਼ਹਿਰ 'ਚ ਹੋਈ ਸੀ। ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀਆਂ ਸਰਕਾਰੀ ਜ਼ਿੰਮੇਵਾਰੀਆਂ ਹੁਣ ਮਹਾਰਾਣੀ ਐਲਿਜ਼ਾਬੈਥ ਵੱਲੋਂ ਬੁਢਾਪੇ ਅਤੇ ਸਿਹਤ ਕਾਰਨਾਂ ਕਰਕੇ ਨਿਭਾਉਣੀਆਂ ਮੁਸ਼ਕਿਲ ਹੋ ਰਹੀਆਂ ਨੇ। ਡਾਕਟਰਾਂ ਵੱਲੋਂ ਵੀ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਅਜਿਹੇ ਵਿੱਚ ਉਹਨਾਂ ਦੇ ਕੰਮਕਾਜ ਦੇ ਤੌਰ ਤੇ ਸਰਗਰਮੀਆਂ ਵਿੱਚ ਉਹਨਾਂ ਦੇ ਬੇਟੇ ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਕੈਮਿਲਾ ਪਾਰਕਰ ਅਤੇ ਪ੍ਰਿੰਸ ਵਿਲੀਅਮ ਅਤੇ ਉਹਨਾਂ ਦੀ ਪਤਨੀ ਕੇਟ ਮਿਡਲਟਨ ਵੱਲੋਂ ਭੂਮਿਕਾ ਨਿਭਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਾਹੀ ਲੇਖਕ ਐਂਡਰਿਊ ਮੌਰਟਨ ਦਾ ਮੰਨਣਾ ਹੈ ਕਿ ਮਹਾਰਾਣੀ ਐਲਿਜ਼ਾਬੈਥ ਦੇ ਸ਼ਾਸਨ ਤੋਂ ਬਾਅਦ ਪ੍ਰਿੰਸ ਚਾਰਲਸ ਅਤੇ ਸ਼ਾਸਨ ਨੂੰ ਇਕੱਲੇ ਨਹੀਂ ਵਧਾ ਸਕਦੇ, ਜਿਸ ਲਈ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਦੇ ਸਾਥ ਦੀ ਲੋੜ ਹੋਏਗੀ। ਪ੍ਰਿੰਸ ਚਾਰਲਸ ਦੇ ਮਹਾਰਾਜਾ ਬਣਨ ਤੇ ਕੈਮਿਲਾ ਦੀ ਭੂਮਿਕਾ ਵੀ ਦਿਲਚਸਪ ਹੋਏਗੀ, ਕਿਉਂਕਿ ਪਹਿਲਾਂ ਉਸ ਨੂੰ ਚਾਰਲਸ ਦੀ ਦੂਜੀ ਪਤਨੀ ਦੇ ਰੂਪ ਵਿੱਚ ਨਫ਼ਰਤ ਨਾਲ ਵੇਖਿਆ ਜਾਂਦਾ ਸੀ, ਜਦਕਿ ਹੁਣ ਉਸ ਦੀਆਂ ਸਮਾਜਿਕ ਸਰਗਰਮੀਆਂ, ਸਮਾਜ ਸੇਵੀ ਸੰਸਥਾਵਾਂ ਲਈ ਕੀਤੇ ਕੰਮਾਂ ਨਾਲ ਉਸ ਦੀ ਚੰਗੀ ਸੋਚ ਸਾਹਮਣੇ ਆ ਰਹੀ ਹੈ। ਲੋਕਾਂ ਵਿੱਚ ਕੈਮਿਲਾ ਪ੍ਰਤੀ ਸੋਚ ਬਦਲ ਗਈ ਹੈ ਅਤੇ ਬਹੁਤ ਸਾਰੇ ਉਸ ਦੇ ਪ੍ਰਸ਼ੰਸਕ ਬਣ ਗਏ ਨੇ। ਰਿਪੋਰਟਾਂ ਅਨੁਸਾਰ ਕੈਮਿਲਾ ਰਾਜ ਦੇ ਸਲਾਹਕਾਰ ਵਜੋਂ ਵੱਡੀ ਭੂਮਿਕਾ ਨਿਭਾ ਸਕਦੀ ਹੈ। ਪੁਲਾੜ ਯਾਤਰੀ ਬੈਂਗ ਯੂਪਿੰਗ ਨੇ ਸੋਮਵਾਰ ਨੂੰ ਪੁਲਾੜ ਵਿੱਚ ਸੈਰ ਕਰਨ ਵਾਲੀ ਪਹਿਲੀ ਚੀਨੀ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ। ਉਹ ਆਪਣੇ ਪੁਰਸ਼ ਸਹਿਯੋਗੀ ਜ਼ਾਈ ਜਿਜਾਂਗ ਨਾਲ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਤੋਂ ਬਾਹਰ ਨਿਕਲੇ ਅਤੇ 6 ਘੰਟਿਆਂ ਤੋਂ ਵੱਧ ਸਮੇਂ ਲਈ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈ ਲਿਆ। ਇਹ ਜਾਣਕਾਰੀ ਸਰਕਾਰੀ ਮੀਡੀਆ ਦੀਆਂ ਖਬਰਾਂ ਤੋਂ ਮਿਲੀ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨੂਹਾ ਦੀ ਖਬਰ ਮੁਤਾਬਕ ਦੋਵੇਂ ਪੁਲਾੜ ਸਟੇਸ਼ਨ ਦੇ ਕੋਰ ਮੋਡਿਊਲ ਧਿਆਨ ਤੋਂ ਬਾਹਰ ਨਿਕਲੇ ਅਤੇ ਸੋਮਵਾਰ ਤੜਕੇ 6:30 ਘੰਟੇ ਤੱਕ ਪੁਲਾੜ
ਪੁਲਾੜ 'ਚ ਚੱਲੇ ਅਤੇ ਫਿਰ ਸਫਲਤਾਪੂਰਵਕ ਸਟੇਸ਼ਨ ਤੇ ਪਰਤ ਆਏ। ਚਾਈਨਾ ਮੇਡ ਸਪੇਸ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ ਦੇ ਪੁਲਾੜ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਇੱਕ ਮਹਿਲਾ ਪੁਲਾੜ ਯਾਤਰੀ ਨੇ ਪੁਲਾੜ 'ਚ ਸੈਰ ਕੀਤੀ। ਚੀਨ ਨੇ 3 ਪੁਲਾੜ ਯਾਤਰੀਆਂ ਨੂੰ 6 ਮਹੀਨਿਆਂ ਲਈ ਸ਼ੇਨਜੂ 13 ਵਿੱਚ ਪੁਲਾੜ ਵਿੱਚ ਭੇਜਿਆ। ਇਹਨਾਂ ਨੂੰ ਦੇਸ਼ ਦੁਆਰਾ ਆਰਬਿਟਿੰਗ ਢਾਂਚੇ ਨੂੰ ਪੂਰਾ ਕਰਨ ਦੇ ਟੀਚੇ ਨਾਲ ਭੇਜਿਆ ਗਿਆ ਹੈ ਅਤੇ ਉਮੀਦ ਹੈ ਕਿ ਸਟੇਸ਼ਨ ਦੇ ਨਿਰਮਾਣ ਦਾ ਕੰਮ ਅਗਲੇ ਸਾਲ ਤੱਕ ਪੂਰਾ ਹੋ ਜਾਏਗਾ। ਸ਼ਾਨਡੋਂਗ ਸੂਬੇ ਦੀ ਵਸਨੀਕ ਅਤੇ ਇੱਕ 5 ਸਾਲ ਦੀ ਬੱਚੀ ਦੀ ਮਾਂ ਬੀਇੰਗ ਅਗਸਤ 1997 ਵਿੱਚ ਪੀਪਲਜ਼ ਲਿਬਰੇਸ਼ਨ ਆਰਮੀ 에ਅਰ ਫੋਰਸ ਵਿੱਚ ਸ਼ਾਮਲ ਹੋਈ। ਬ੍ਰਿਟਿਸ਼ ਫੌਜ ਦੀ 32 ਸਾਲਾ ਸਿੱਖ ਅਧਿਕਾਰੀ ਕੈਪਟਨ ਹਰਪ੍ਰੀਤ ਚੰਡੀ ਬਿਨਾਂ ਕਿਸੇ ਮਦਦ ਦੇ ਆਪਣੇ ਬਲਬੂਤੇ ਤੇ ਦੱਖਣੀ ਧਰੁਵ ਦੀ ਸਾਹਸੀ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਬਣਨ ਵਾਲੀ ਹੈ ਅਤੇ ਉਹ ਆਪਣੇ ਸਫ਼ਰ ਤੋਂ ਪਹਿਲਾਂ ਐਤਵਾਰ ਨੂੰ ਦਿੱਲੀ ਦੀ ਉਡਾਣ ਭਰ ਰਹੀ ਹੈ। ਪੌਲਰਪ੍ਰੀਤ ਦੇ ਨਾਂ ਨਾਲ ਜਾਣੀ ਜਾਣ ਵਾਲੀ ਹਰਪ੍ਰੀਤ ਚੰਡੀ 0 ਤੋਂ 50 ਡਿਗਰੀ ਸੈਲਸੀਅਸ ਹੇਠਾਂ ਦੇ ਤਾਪਮਾਨ ਅਤੇ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਹਵਾਵਾਂ ਨਾਲ ਜੂਝਦੇ ਆਪਣੀ ਪੂਰੀ ਕਿੱਟ ਨਾਲ 700 ਮੀਲ ਦੀ ਯਾਤਰਾ ਕਰੇਗੀ। ਆਪਣੇ ਆਨਲਾਈਨ ਬਲੌਗ ਤੇ ਉਹਨਾਂ ਨੇ ਦੱਸਿਆ ਕਿ ਇਸ ਯਾਤਰਾ 'ਚ ਲਗਭਗ 45-47 ਦਿਨ ਲੱਗਣਗੇ। ਉਹਨਾਂ ਨੇ ਕਿਹਾ ਕਿ ਅੰਟਾਰਕਟਿਕਾ ਧਰਤੀ ਤੇ ਸਭ ਤੋਂ ਠੰਡਾ, ਸਭ ਤੋਂ ਉੱਚਾ ਤੇ ਸਭ ਤੋਂ ਸੁੱਕਾ ਤੇ ਸਭ ਤੋਂ ਜ਼ਿਆਦਾ ਹਵਾ ਵਾਲਾ ਟਾਪੂ ਹੈ। ਉੱਥੇ ਕੋਈ ਵੀ ਸਥਾਈ ਰੂਪ ਨਾਲ ਨਹੀਂ ਰਹਿੰਦਾ। ਜਦ ਮੈਂ ਪਹਿਲੀ ਵਾਰ ਯੋਜਨਾ ਬਣਾਉਣੀ ਸ਼ੁਰੂ ਕੀਤੀ ਤਾਂ ਮੈਨੂੰ ਟਾਪੂ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਸੀ। ਇਸ ਨੇ ਮੈਨੂੰ ਉੱਥੇ ਜਾਣ ਲਈ ਪ੍ਰੇਰਿਤ ਕੀਤਾ। ਪਾਕਿਸਤਾਨ ਵਿੱਚ ਇਮਰਾਨ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਨੇ। ਇਮਰਾਨ ਖਾਨ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਲਈ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਉਪ ਪ੍ਰਧਾਨ ਮਰੀਮ ਨਵਾਜ਼ ਸ਼ਰੀਫ ਨੇ ਜਨਤਾ ਦੀ ਰਾਏ ਮੰਗੀ ਹੈ। ਉਹਨਾਂ ਨੇ ਜਨਤਾ ਤੋਂ ਪੁੱਛਿਆ ਕਿ ਇਮਰਾਨ ਸਰਕਾਰ ਹਟਾਉਣ ਲਈ ਪਾਕਿਸਤਾਨ ਡੈਮੋਕ੍ਰੈਟਿਕ ਅਲਾਇੰਸ ਨੂੰ ਕਿਹੜੇ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਨੇ। ਮੀਡੀਆ ਰਿਪੋਰਟ ਮੁਤਾਬਕ PMLN ਨੇ ਇੱਕ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਸਰਕਾਰੀ ਵਿਰੋਧੀ ਗਠਬੰਧਨ ਦੇਸ਼ ਵਿੱਚ ਵੱਧਦੀ ਮਹਿੰਗਾਈ ਦੇ ਖਿਲਾਫ ਜਨ ਭਾਵਨਾਵਾਂ 'ਚ ਲਾਭ ਚੁੱਕਣ ਦੀ ਰਣਨੀਤੀ ਤਿਆਰ ਕਰ ਰਹੇ ਨੇ। ਟਵਿੱਟਰ ਤੇ ਮਰੀਮ ਨੇ ਕਿਹਾ ਕਿ PDM ਅਤੇ PMLN ਲੋਕਾਂ ਦੀਆਂ ਪੀੜਾਂ ਨੂੰ ਸਮਝਦੀ ਹੈ ਅਤੇ ਇਸ ਨੂੰ ਦੂਰ ਕਰਨਾ ਚਾਹੁੰਦੇ ਨੇ। ਮਰੀਮ ਨਵਾਜ਼ ਨੇ ਕਿਹਾ ਕਿ ਲੋੜ ਦੀ ਘੜੀ 'ਚ ਉਹ ਇਕੱਠੇ ਖੜੇ ਰਹਿਣਾ ਚਾਹੁੰਦੇ ਨੇ ਅਤੇ ਤੁਹਾਡੀ ਆਵਾਜ਼ ਬਣਨਾ ਚਾਹੁੰਦੇ ਨੇ। ਉਹਨਾਂ ਨੇ ਅੱਗੇ ਲਿਖਿਆ, ਤੁਹਾਨੂੰ ਲੱਗਦਾ ਹੈ ਕਿ ਇਸ ਸੰਬੰਧ ਵਿੱਚ ਸਾਡਾ ਸਭ ਤੋਂ ਪ੍ਰਭਾਵੀ ਅਤੇ ਚਰਮ ਉਪਾਅ ਕੀ ਹੋਣਾ ਚਾਹੀਦਾ ਹੈ। ਰਿਪੋਰਟ ਮੁਤਾਬਕ ਇਮਰਾਨ ਖਾਨ ਤੇ ਨਿਸ਼ਾਨਾ ਵਿੰਨਦੇ ਹੋਏ ਮਰੀਮ ਨੇ ਕਿਹਾ ਕਿ ਇਮਰਾਨ ਖਾਨ ਸਰਕਾਰ ਨੇ ਪਾਕਿਸਤਾਨ ਨੂੰ ਹਰ ਖੇਤਰ 'ਚ ਸਭ ਤੋਂ ਪਿਛੜਿਆ ਦੇਸ਼ ਬਣਾ ਦਿੱਤਾ। ਉਹਨਾਂ ਨੇ ਅੱਗੇ ਕਿਹਾ ਕਿ ਤੁਹਾਨੂੰ ਨਵਾਜ਼ ਸ਼ਰੀਫ ਦਾ 2017 ਦਾ ਪਾਕਿਸਤਾਨ ਚਾਹੀਦਾ ਜਾਂ ਇਮਰਾਨ ਖਾਨ ਦਾ ਪਾਕਿਸਤਾਨ ਜੋ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਅਸ਼ਾਂਤੀ, ਅੱਤਵਾਦ ਅਤੇ ਭੁੱਖਮਰੀ ਦਾ ਸਾਹਮਣਾ ਕਰ ਰਿਹਾ ਹੈ। ਨਿਊਜ਼ੀਲੈਂਡ ਵਿੱਚ ਇੱਛਾ ਮੌਤ ਦਾ ਕਾਨੂੰਨ ਲਾਗੂ ਹੋ ਗਿਆ। ਲੋਕ ਇੱਥੇ ਹੁਣ ਆਪਣੀ ਮਰਜ਼ੀ ਨਾਲ ਮਰ ਸਕਦੇ ਨੇ। ਇਸ ਤੋਂ ਪਹਿਲਾਂ ਕੋਲੰਬੀਆ, ਕੈਨੇਡਾ, ਆਸਟ੍ਰੇਲੀਆ, ਲਗਜ਼ਮਬਰਗ, ਸਪੇਨ, ਨੀਦਰਲੈਂਡ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਵਿੱਚ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ। ਇਹਨਾਂ ਸਾਰੇ ਦੇਸ਼ਾਂ ਵਿੱਚ ਮੌਤ ਵਿੱਚ ਸਹਿਯੋਗ ਨਾਲ ਸੰਬੰਧਿਤ ਵੱਖ-ਵੱਖ ਨਿਯਮ ਅਤੇ ਸ਼ਰਤਾਂ ਨੇ। ਇਸੇ ਤਰ੍ਹਾਂ ਦੇ ਹਾਲਾਤ ਨਿਊਜ਼ੀਲੈਂਡ ਵਿੱਚ ਰੱਖੇ ਗਏ ਨੇ। ਇੱਥੇ ਸਿਰਫ ਉਹਨਾਂ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਮਰਨ ਦੀ ਆਗਿਆ ਦਿੱਤੀ ਜਾਵੇਗੀ ਜੋ ਗੰਭੀਰ ਬਿਮਾਰੀ ਤੋਂ ਪੀੜਤ ਨੇ, ਭਾਵ ਇੱਕ ਅਜਿਹੀ ਬਿਮਾਰੀ ਜੋ ਅਗਲੇ 6 ਮਹੀਨਿਆਂ ਵਿੱਚ ਜੀਵਨ ਨੂੰ ਖਤਮ ਕਰ ਦਿੰਦੀ ਹੈ। ਇਸ ਦੇ ਨਾਲ ਇਸ ਪ੍ਰਕਿਰਿਆ ਲਈ ਘੱਟੋ-ਘੱਟ 2 ਡਾਕਟਰਾਂ ਦੀ ਸਹਿਮਤੀ ਲਾਜ਼ਮੀ ਹੈ। ਇਸ ਕਾਨੂੰਨ ਨੂੰ ਲਾਗੂ ਕਰਨ ਦੇ ਪੱਖ ਵਿੱਚ ਵੋਟਾਂ ਪਾਈਆਂ। ਨਿਊਜ਼ੀਲੈਂਡ ਵਿੱਚ ਇਸ ਮੁੱਦੇ ਤੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਸੀ ਅਤੇ ਆਖਰਕਾਰ ਕਾਨੂੰਨ ਨੂੰ ਲਾਗੂ ਕੀਤਾ ਜਾ ਰਿਹਾ। ਬੇਸ਼ੱਕ ਸੁਣਨ ਵਿੱਚ ਥੋੜਾ ਅਜੀਬ ਲੱਗੇ ਪਰ ਕੁਝ ਲੋਕਾਂ ਲਈ ਰਾਹਤ ਦੀ ਖਬਰ ਵੀ ਹੈ। 61 ਸਾਲਾ ਸਟੂਅਰਟ ਆਰਮਸਟਰਾਂਗ ਪੋਸਟ੍ਰੈਸਟ ਕੈਂਸਰ ਤੋਂ ਪੀੜਤ ਹਨ ਜੋ ਲਾ ਇਲਾਜ ਹੈ। ਆਰਮਸਟਰਾਂਗ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਉਹ ਕਿਵੇਂ ਮਰੇਗਾ ਕਿਉਂਕਿ ਇੱਛਾ ਮੌਤ ਵਿੱਚ ਦਰਦ ਨਹੀਂ ਹੋਏਗਾ। ਨਿਊਜ਼ੀਲੈਂਡ ਦੇ ਕਈ ਲੋਕ ਇਸ ਕਾਨੂੰਨ ਦਾ ਵਿਰੋਧ ਵੀ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇੱਛਾ ਮੌਤ ਸਮਾਜ ਵਿੱਚ ਮਨੁੱਖੀ ਜੀਵਨ ਅਤੇ ਕਦਰਾਂ ਕੀਮਤਾਂ ਪ੍ਰਤੀ ਸਤਿਕਾਰ ਨੂੰ ਕਮਜ਼ੋਰ ਕਰੇਗੀ। ਇਸ ਨਾਲ ਕਮਜ਼ੋਰ ਲੋਕਾਂ, ਖਾਸ ਤੌਰ ਤੇ ਦਿਵਿਆਂਗ ਲੋਕਾਂ ਦਾ ਜੀਵਨ ਦੇ ਆਖਰੀ ਦਿਨਾਂ ਵਿੱਚ ਰਹਿ ਰਹੇ ਲੋਕਾਂ ਦੀ ਦੇਖਭਾਲ ਵਿੱਚ ਕਮੀ ਆਏਗੀ, ਜਦੋਂ ਕਿ ਇਸ ਕਾਨੂੰਨ ਦਾ ਸਮਰਥਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਇਹ ਹੱਕ ਹੈ ਕਿ ਉਹ ਕਦੋਂ ਅਤੇ ਕਿਵੇਂ ਮਰਨਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ ਇੱਛਾ ਮੌਤ ਉਹਨਾਂ ਨੂੰ ਸਨਮਾਨ ਨਾਲ ਮਰਨ ਦਾ ਅਧਿਕਾਰ ਦਿੰਦੀ ਹੈ। ਵਿਦੇਸ਼ਾਂ 'ਚੋਂ ਇਸ ਤਰ੍ਹਾਂ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹਰ ਸਾਲ 950 ਲੋਕ ਇਸ ਲਈ ਅਰਜ਼ੀ ਦੇ ਸਕਣਗੇ, ਜਿਨ੍ਹਾਂ ਵਿੱਚੋਂ 350 ਨੂੰ ਮਰਨ ਵਿੱਚ ਮਦਦ ਕੀਤੀ ਜਾਏਗੀ। ਪਰ ਅਸਲ ਵਿੱਚ ਕਿੰਨੇ ਲੋਕ ਅਪਲਾਈ ਕਰਦੇ ਨੇ ਇਸ ਬਾਰੇ ਅਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਕੰਮ ਲਈ ਡਾਕਟਰਾਂ ਨੂੰ ਉਚਿਤ ਸਿਖਲਾਈ ਦਿੱਤੀ ਗਈ। ਹਾਲਾਂਕਿ ਕਈ ਡਾਕਟਰ ਇਸ ਦੇ ਖਿਲਾਫ ਵੀ ਸਾਹਮਣੇ ਆਏ ਨੇ। ਉਹਨਾਂ ਦਾ ਮੰਨਣਾ ਹੈ ਕਿ ਜੇਕਰ ਸਹੀ ਦੇਖਭਾਲ ਕੀਤੀ ਜਾਵੇ ਤਾਂ ਮਰੀਜ਼ ਨੂੰ ਇੱਛਾ ਮੌਤ ਦੀ ਜ਼ਰੂਰਤ ਨਹੀਂ ਹੁੰਦੀ, ਪਰ ਕਈ ਮਾਮਲਿਆਂ ਵਿੱਚ ਇਹ ਵੀ ਵੇਖਿਆ ਗਿਆ ਹੈ ਕਿ ਦੇਖਭਾਲ ਦੇ ਬਾਵਜੂਦ ਕਈ ਲੋਕ ਠੀਕ ਨਹੀਂ ਹੋਏ।
ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿੱਚ ਸਿਟੀ ਹਾਲ ਸਾਹਮਣੇ ਹੋਏ ਦੀਵਾਲੀ ਪ੍ਰੋਗਰਾਮ ਨੂੰ ਅਡਾਨੀ ਗਰੁੱਪ ਵੱਲੋਂ ਸਪਾਂਸਰ ਹੋਣ ਖਿਲਾਫ ਕਿਸਾਨ ਹਿਤੈਸ਼ੀਆਂ, ਭਾਰਤੀ ਭਾਈਚਾਰੇ ਅਤੇ ਹੋਰ ਸਹਿਯੋਗੀ ਸੰਸਥਾਵਾਂ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਕਿਸਾਨ ਏਕਤਾ ਕਲੱਬ ਦੇ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਉਹ ਤਿਉਹਾਰਾਂ ਦੇ ਖਿਲਾਫ ਨਹੀਂ ਹਨ, ਬਲਕਿ ਭਾਰਤੀ ਹੁਕਮਰਾਨਾਂ ਤੇ ਉਹਨਾਂ ਦੇ ਸਹਿਯੋਗੀਆਂ ਅਡਾਨੀ ਅੰਬਾਨੀ ਗਰੁੱਪ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧੀ ਨੇ, ਕਿਉਂਕਿ ਇਹਨਾਂ ਵਪਾਰਕ ਘਰਾਣਿਆਂ ਦੀ ਹੁਕਮਰਾਨਾਂ ਨਾਲ ਗੰਢ ਤਪਕ ਕਰਕੇ ਹੀ ਕਿਸਾਨ 11 ਮਹੀਨਿਆਂ ਤੋਂ ਸੜਕਾਂ ਤੇ ਆਪਣੀ ਹੋਂਦ ਅਤੇ ਜ਼ਮੀਨਾਂ ਲਈ ਸੰਘਰਸ਼ ਕਰ ਰਹੇ ਨੇ। ਆਗੂਆਂ ਨੇ ਕਿਹਾ, ਹੁਣ ਇਹ ਘਰਾਣੇ ਪੈਸੇ ਦੇ ਬਲਬੂਤੇ ਵਿਦੇਸ਼ਾਂ ਵਿੱਚ ਤਿਉਹਾਰ ਰਹੀ ਸਾਡੀ ਭਾਈਚਾਰਕ ਸਾਂਝ ਨੂੰ ਨਿਗਲਣ ਦੀ ਤਿਆਰੀ ਵਿੱਚ ਨੇ ਅਤੇ ਇਹ ਅਤ ਨਿੰਦਣਯੋਗ ਹੈ ਤੇ ਮੰਦਭਾਗਾ ਵਰਤਾਰਾ ਹੈ। ਦੱਸਣਯੋਗ ਹੈ ਕਿ ਇਸ ਦੀਵਾਲੀ ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਹੋਰ ਸਪਾਂਸਰਾਂ ਤੋਂ ਇਲਾਵਾ ਭਾਰਤੀ ਅਡਾਨੀ ਗਰੁੱਪ ਵੱਲੋਂ ਵਿੱਤੀ ਸਹਾਇਤਾ ਲਈ ਗਈ ਸੀ, ਜਿਸ ਦਾ ਕਿ ਪਹਿਲਾਂ ਤੋਂ ਹੀ ਵਿਰੋਧ ਹੋ ਰਿਹਾ। ਇਸ ਸ਼ਾਂਤਮਈ ਮੁਜ਼ਾਹਰੇ ਵਿੱਚ ਬੁਲਾਰਿਆਂ ਅਤੇ ਸਥਾਨਕ ਲੋਕਾਂ ਨੇ ਤਕਰੀਰਾਂ ਰਾਹੀਂ ਰੋਸ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਨੂੰ ਭੰਡਿਆ ਅਤੇ ਦੀਵਾਲੀ ਮੇਲੇ ਦੇ ਪ੍ਰਬੰਧਕਾਂ ਨੂੰ ਅਡਾਨੀ ਦਾ ਵਿਰੋਧ ਕਰਨ ਦੀ ਪੁਰਜ਼ੋਰ ਮੰਗ ਵੀ ਕੀਤੀ। ਅਫਗਾਨਿਸਤਾਨ ਦੀ ਸੱਤਾ ਤੇ ਕਾਬਜ਼ ਹੋਣ ਦੇ ਕਰੀਬ 3 ਮਹੀਨੇ ਬਾਅਦ ਤਾਲਿਬਾਨ ਨੇ ਆਪਣੀ ਹਵਾਈ ਫੌਜ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਵੈਸੇ ਤਾਲਿਬਾਨ ਆਪਣੇ ਹਥਿਆਰਬੰਦ ਬਲਾਂ ਦੀ ਆਵਾਜਾਈ ਲਈ ਹੈਲੀਕਾਪਟਰਾਂ ਦੀ ਵਰਤੋਂ ਹਫ਼ਤੇ ਪਹਿਲਾਂ ਤੋਂ ਕਰ ਰਿਹਾ ਹੈ। ਉਸ ਕੋਲ ਅਤੀ ਆਧੁਨਿਕ ਅਮਰੀਕੀ ਜਹਾਜ਼ ਤੇ ਹੈਲੀਕਾਪਟਰਾਂ ਦੀ ਕਾਫੀ ਸੰਖਿਆ ਮੌਜੂਦ ਹੈ। ਇਸ ਤੋਂ ਇਲਾਵਾ ਭਾਰਤ ਵੱਲੋਂ ਸਾਬਕਾ ਸਰਕਾਰ ਨੂੰ ਤੋਹਫੇ ਵਜੋਂ ਦਿੱਤੇ ਗਏ MI-17 ਹੈਲੀਕਾਪਟਰ ਵੀ ਤਾਲਿਬਾਨ ਦੇ ਹੱਥ ਲੱਗੇ ਨੇ। ਹਾਲ ਵਿੱਚ ਕਾਬੁਲ ਦੇ ਮੁੱਖ ਸੈਨਿਕ ਹਸਪਤਾਲ ਦੇ ਨਜ਼ਦੀਕ ਅੱਤਵਾਦੀ ਸੰਗਠਨ IS ਦੇ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਤਾਲਿਬਾਨ ਨੇ ਅਮਰੀਕੀ ਬਲੈਕ ਹਾਕ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਸੀ। ਇਸੇ ਦਾ ਨਤੀਜਾ ਸੀ ਕਿ IS ਦੇ 5 ਬੰਦੂਕਧਾਰੀ ਅੱਤਵਾਦੀ ਮਾਰੇ ਗਏ ਸਨ। ਆਤਮਘਾਤੀ ਬੰਬ ਧਮਕੀਆਂ ਤੋਂ ਬਾਅਦ ਇਹ 5 ਅੱਤਵਾਦੀ ਹਸਪਤਾਲ 'ਚ ਦਾਖਲ ਹੋ ਕੇ ਉੱਥੇ ਖੂਨ ਖਰਾਬਾ ਕਰਨ ਦੀ ਫਿਰਾਕ 'ਚ ਸਨ। ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਤਰਜਮਾਨਕਾਰੀ ਸ਼ਾਹਿਦ ਖੋਸਤੀ ਨੇ ਕਿ ਨਿਊਜ਼ ਨੂੰ ਦੱਸਿਆ ਕਿ ਅਸੀਂ ਸਾਬਕਾ ਸਰਕਾਰ ਦੀ ਹਵਾਈ ਫੌਜ ਦੇ ਢਾਂਚੇ ਦੀ ਵਰਤੋਂ ਕਰਕੇ ਉਸ ਨੂੰ ਮੁੜ ਸੁਰਜੀਤ ਕਰਾਂਗੇ। ਇਸ ਕੰਮ ਵਿੱਚ ਹਵਾਈ ਫੌਜ ਦੇ ਪਾਇਲਟਾਂ ਤੇ ਹੋਰ ਸਟਾਫ ਦੀ ਮੁੜ ਨਿਯੁਕਤੀ ਕੀਤੀ ਜਾਏਗੀ। ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫਾ ਅਲ-ਕਦੀਮੀ ਦੀ ਰਿਹਾਇਸ਼ ਤੇ ਐਤਵਾਰ ਤੜਕੇ ਹਥਿਆਰਾਂ ਨਾਲ ਲੈਸ ਡਰੋਨਾਂ ਨਾਲ ਕੀਤੇ ਗਏ ਹਮਲੇ ਵਿੱਚੋਂ ਬਾਲ ਬਚ ਗਏ। ਇਹ ਹਮਲਾ ਈਰਾਨ ਦੇ ਹਮਾਇਤੀ ਮਿਲੀਸ਼ੀਆ ਵੱਲੋਂ ਪਿਛਲੇ ਮਹੀਨੇ ਦੇ ਸੰਸਦੀ ਚੋਣਾਂ ਦੇ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰਨ ਤੋਂ ਪੈਦਾ ਹੋਏ ਤਣਾਅ ਦੌਰਾਨ ਹੋਇਆ। ਇਰਾਕੀ ਅਧਿਕਾਰੀਆਂ ਦੀ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਬਗਦਾਦ ਦੇ ਸਖਤ ਸੁਰੱਖਿਆ ਨਾਲ ਲੈਸ ਗ੍ਰੀਨ ਜ਼ੋਨ ਇਲਾਕੇ ਵਿੱਚ 2 ਹਥਿਆਰਬੰਦ ਡਰੋਨਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਅਲ-ਕਦੀਮੀ ਦੇ 7 ਸੁਰੱਖਿਆ ਮੁਲਾਜ਼ਮ ਫੱਟੜ ਹੋ ਗਏ। ਉਨ੍ਹਾਂ ਪਛਾਣ ਗੁਪਤ ਰੱਖਣ ਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਉਨ੍ਹਾਂ ਨੂੰ ਅਧਿਕਾਰਤ ਬਿਆਨ ਦਾ ਅਧਿਕਾਰ ਨਹੀਂ ਹੈ। ਹਮਲੇ ਮਗਰੋਂ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਦੱਸਿਆ, ਮੈਂ ਠੀਕ ਠਾਕ ਹਾਂ, ਅੱਲਾ ਦਾ ਸ਼ੁਕਰ ਹੈ। ਉਨ੍ਹਾਂ ਇਰਾਕ ਵਾਸੀਆਂ ਨੂੰ ਅਮਨ ਤੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਇਸ ਤੋਂ ਬਾਅਦ ਉਹ ਇਰਾਕੀ ਟੈਲੀਵਿਜ਼ਨ ਤੇ ਪੇਸ਼ ਹੋਏ। ਇਸ ਦੌਰਾਨ ਉਹ ਸ਼ਾਂਤ ਨਜ਼ਰ ਆਏ। ਉਹਨਾਂ ਨੇ ਕਿਹਾ, ਅਜਿਹੇ ਰਾਕਟ ਤੇ ਡਰੋਨ ਹਮਲੇ ਕਾਇਰਤਾ ਦੀ ਨਿਸ਼ਾਨੀ ਹੁੰਦੇ ਨੇ, ਇਸ ਨਾਲ ਭਵਿੱਖ ਨਹੀਂ ਘੜੇ ਜਾਂਦੇ। ਇੱਕ ਬਿਆਨ ਵਿੱਚ ਸਰਕਾਰ ਨੇ ਕਿਹਾ ਕਿ ਹਥਿਆਰਾਂ ਨਾਲ ਲੈਸ ਡਰੋਨ ਨੇ ਅਲ-ਕਦੀਮੀ ਦੀ ਰਿਹਾਇਸ਼ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਬਗਦਾਦ ਦੇ ਲੋਕਾਂ ਨੇ ਗ੍ਰੀਨ ਜ਼ੋਨ ਵਾਲੇ ਪਾਸਿਓਂ ਭਾਰੀ ਗੋਲਾਬਾਰੀ ਦੀ ਆਵਾਜ਼ ਸੁਣੀ, ਜਿੱਥੇ ਵਿਦੇਸ਼ੀ ਸਫਾਰਤਖਾਨੇ ਅਤੇ ਸਰਕਾਰੀ ਦਫ਼ਤਰ ਹਨ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।